हालेलुया। सबको जैमसी की परमेश्वर आप सब ਨੂੰ ਬਹੁਤ ਆਸ਼ੀਸ਼ ਦੇਣ। ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਮਰਕੁਸ ਦੀ ਅੰਜੀਲ ਅਧਿਆਇ 14 3 ਨੰਬਰ ਐਤ ਤੋਂ 9 ਨੰਬਰ ਐਤ ਦੇ ਤੱਕ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸਮਝਾਂਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਵਚਨ ਤੁਹਾਡੇ ਲਈ ਬਹੁਤ ਆਸ਼ੀਸ਼ ਔਰ ਬਰਕਤ ਦਾ ਕਾਰਨ ਹੋਵੇਗਾ, ਕਿਉਂਕਿ ਪਰਮੇਸ਼ਵਰ ਦਾ ਵਚਨ ਹਰੇਕ ਟੁੱਟੀ ਹੋਈ ਵਸਤ ਨੂੰ ਬਣਾਉਣ ਦੀ ਅਤੇ ਖਤਮ ਹੋਈ ਚੀਜ਼ ਨੂੰ ਦੁਬਾਰਾ ਉਸਾਰਨ ਦੀ ਤਾਕਤ ਰੱਖਦਾ ਹੈ। ਸੋ ਆਓ ਸਭ ਤੋਂ ਪਹਿਲਾਂ ਇਸ ਵਚਨ ਦੇ ਲਈ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੀਏ। ਪਿਆਰੇ ਪਿਤਾ ਯਹੋਵਾ ਯਿਸੂ ਦੇ ਨਾਮ ਦੇ ਵਿੱਚ ਅਸੀਂ ਇਸ ਵਚਨ ਦੀ ਗਹਿਰਾਈ ਨੂੰ ਸਮਝਣ ਵਾਸਤੇ ਤੁਹਾਡੇ ਅੱਗੇ ਨਿਵੇਦਨ ਕਰਦੇ ਹਾਂ, ਬੇਨਤੀ ਕਰਦੇ ਹਾਂ। ਖੁਦਾਵੰਦ ਪਲੀਜ਼ ਤੁਸੀਂ ਆਪਣੇ ਜੀਵਤ ਵਚਨ ਦੇ ਨਾਲ ਸਾਡੇ ਦੁਆਰਾ ਸਾਡੀ ਜ਼ਿੰਦਗੀ 'ਚ ਆਪਣੇ ਜੀਵਤ ਵਚਨ ਦੇ ਦੁਆਰਾ ਤੁਸੀਂ ਗੱਲਬਾਤ ਕਰੋ ਔਰ ਪਿਆਰੇ ਪਰਮੇਸ਼ਵਰ ਅੱਜ ਦਾ ਵਚਨ ਸਵਰਗ ਦੇ ਵਿੱਚੋਂ ਸਾਡੀ ਉન્નਤੀ ਦਾ ਕਾਰਨ ਹੋ ਕੇ ਸਾਡੀ ਲਾਈਫ 'ਚ ਕੰਮ ਕਰੇ। ਧੰਨਵਾਦ ਜੋ ਲੋਕ ਵਚਨ ਸੁਣ ਪਿਆਰੇ ਪਰਮੇਸ਼ਵਰ ਸਭ ਦੇ ਉੱਤੇ ਤੇਰਾ ਬੜਾ ਫਜ਼ਲ ਤੇਰਾ ਅਨੁਗ੍ਰਹਿ ਠਹਿਰਨੇ ਪਾਏ। ਯਿਸੂ ਕੇ ਨਾਮ ਸੇ ਆਮੀਨ। ਇਸ ਵਚਨ ਨੂੰ ਸਮਝਣ ਤੋਂ ਪਹਿਲਾਂ ਅਸੀਂ ਪਹਿਲੀਆਂ ਤੇ 2 ਐਤਾਂ ਦੇ ਉੱਤੇ ਗੌਰ ਕਰੀਏ ਤਾਂ ਬਾਈਬਲ ਦੱਸਦੀ ਹੈ ਕਿ ਪਛਾਹ ਦੇ ਦਿਨ ਪਛਾਹ ਦਾ ਤਿਉਹਾਰ ਹੈ ਜਿਹੜਾ ਬਾਈਬਲ ਦੇ ਵਿੱਚ ਮਨਾਇਆ ਜਾਂਦਾ ਹੈ। ਪਛਾਹ ਦੇ ਤਿਉਹਾਰ ਦੇ ਦਿਨ ਇਸ ਸਮੇਂ ਚੱਲ ਰਹੇ ਸੀ ਜਦੋਂ ਇਹ ਵਾਕਿਆ ਬਾਈਬਲ ਦੇ ਵਿੱਚ ਬਿਆਨ ਕੀਤਾ ਗਿਆ, ਸਟੋਰੀ ਬਾਈਬਲ ਦੇ ਵਿੱਚ ਦਿੱਤੀ ਗਈ। ਪਛਾਹ ਦਾ ਜਿਹੜਾ ਤਿਉਹਾਰ ਹੈ, ਪਛਾਹ ਦਾ ਤਿਉਹਾਰ ਇੱਕ ਬਲੀ ਦਾ ਤਿਉਹਾਰ ਕਰਕੇ ਬਾਈਬਲ ਦੇ ਵਿੱਚ ਗਿਣਿਆ ਗਿਆ ਹੈ। ਯਹੋਵਾ ਪਰਮੇਸ਼ਵਰ ਨੂੰ ਮੰਨਣ ਵਾਲੇ ਸਭ ਲੋਕ, ਯਹੂਦੀ ਇਜ਼ਰਾਈਲੀ ਲੋਕ ਆਪਣੇ ਆਪਣੇ ਘਰਾਣੇ ਦੇ ਅਨੁਸਾਰ ਅਤੇ ਆਪਣੀ ਆਪਣੀ ਜਿਨਸ ਦੇ ਅਨੁਸਾਰ, ਜੇ ਅਸੀਂ ਪੰਜਾਬੀ 'ਚ ਕਹੀਏ ਤਾਂ ਆਪਣੀ ਆਪਣੀ ਪਹੁੰਚ ਔਕਾਤ ਦੇ ਮੁਤਾਬਕ ਉਹ ਯਹੋਵਾ ਦੇ ਅੱਗੇ ਬਲੀ ਦਾ ਲੇਲਾ ਲੈ ਕੇ ਜਾਂਦੇ ਜਾਂ ਉਹ ਕਬੂਤਰਾਂ ਦੇ ਜੋੜੇ ਲੈ ਕੇ ਜਾਂਦੇ। ਸੋ ਪਛਾਹ ਦੇ ਤਿਉਹਾਰ 'ਤੇ ਇੱਕ ਬਲੀ ਦਾ ਤਿਉਹਾਰ ਸੀਗਾ ਜਿਹਨੂੰ ਅਸੀਂ ਪਛਾਹ ਦਾ ਤਿਉਹਾਰ ਕਰਕੇ ਮਨਾਇਆ ਜਾਂਦਾ ਸੀਗਾ। ਔਰ ਜਦੋਂ ਪ੍ਰਭੂ ਯਿਸੂ ਜ਼ਮੀਨ 'ਤੇ ਸੀ ਤਾਂ ਪਛਾਹ ਦੇ ਤਿਉਹਾਰ 'ਤੇ ਲੇਲੇ ਦੀ ਜਗ੍ਹਾ 'ਤੇ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਹੈ ਬਲੀਦਾਨ ਹੋਣਾ ਸੀ ਔਰ ਉਹ ਬਲੀਦਾਨ ਜਿਹੜਾ ਪੂਰੀ ਮਨੁੱਖ ਜਾਤੀ ਦੇ ਪਾਪਾਂ ਲਈ ਹੋਣਾ ਸੀ। ਪਛਾਹ ਦੇ ਤਿਉਹਾਰ 'ਤੇ ਲੋਕ ਆਪੋ ਆਪਣੇ ਪਿਤਰਾਂ ਘਰਾਣਿਆਂ ਦੇ ਮੁਤਾਬਕ ਆਪਣੇ ਘਰ ਵਿੱਚੋਂ ਕੋਈ ਬੱਕਰੀ ਦਾ ਮੇਮਣਾ, ਕੋਈ ਭੇਡ ਦਾ ਮੇਮਣਾ ਲੈ ਕੇ ਜਿਹੜਾ ਯਹੋਵਾ ਦੇ ਮੰਦਿਰ ਵਿੱਚ ਆਉਂਦਾ ਅਤੇ ਜਾਜਕਾਂ ਦੇ ਕੋਲ ਆਪਣੇ ਉਸ ਮੇਮਣੇ ਨੂੰ ਲੈ ਜਾਂਦਾ ਅਤੇ ਉਸ ਦੇ ਗਲ ਵਿੱਚ ਇੱਕ ਪਲੇਟ ਪਾਈ ਜਾਂਦੀ ਸੀ ਔਰ ਉਹ ਪਲੇਟ ਦੇ ਉੱਤੇ ਉਸ ਘਰਾਣੇ ਦਾ, ਉਸ ਟੱਬਰ ਦਾ ਨਾਮ ਲਿਖਿਆ ਜਾਂਦਾ ਸੀਗਾ ਕਿ ਇਹ ਟੱਬਰ ਵਿੱਚੋਂ ਇਹ ਮੇਮਣਾ, ਇਹ ਲੇਲਾ ਦਿੱਤਾ ਗਿਆ ਹੈ। ਅਤੇ ਜਦੋਂ ਜਾਜਕ ਉਸ ਨੂੰ ਯਹੋਵਾ ਦੀ ਵੇਦੀ 'ਤੇ ਕੁਰਬਾਨ ਕਰਦਾ ਸੀ ਤਾਂ ਉਸ ਟੱਬਰ ਨੂੰ, ਉਸ ਘਰਾਣੇ ਦੇ ਲੋਕਾਂ ਨੂੰ ਯਾਦ ਕਰਦਾ ਸੀਗਾ ਕਿ ਇਹਨਾਂ ਨੇ ਪਛਾਹ ਦੇ ਦਿਨ 'ਤੇ ਆਪਣੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਈ ਆ ਔਰ ਇਸ ਮੇਮਣਾ ਜਿਹੜਾ ਇਹਨਾਂ ਲਈ ਸੁਖ ਸ਼ਾਂਤੀ ਨੂੰ ਲੈ ਕੇ ਆਵੇ ਔਰ ਇਹਨਾਂ ਦੇ ਗੁਨਾਹ ਜਿਹੜੇ ਆ ਉਹ ਮਾफ़ ਕੀਤੇ ਜਾਣ ਔਰ ਇਹਨਾਂ 'ਤੇ ਦਇਆ ਹੋਵੇ। ਅਸੀਂ ਇਹਨੂੰ ਸਮਝਣ ਲਈ ਥੋੜ੍ਹੇ ਸਮੇਂ ਲਈ ਇੱਦਾਂ ਸਮਝ ਸਕਦੇ ਹਾਂ ਇਸ ਨੂੰ, ਲੇਕਿਨ ਅਸਲ ਪਛਾਹ ਦਾ ਜਿਹੜਾ ਲੇਲਾ ਹੈ ਉਹ ਪ੍ਰਭੂ ਯਿਸੂ ਮਸੀਹ ਹੈ ਔਰ ਇਸ ਸਮੇਂ ਉਹ ਪਛਾਹ ਦਾ ਲੇਲਾ ਜਿਹੜਾ ਹੈ ਉਹ ਕੱਟਿਆ ਜਾਣ ਵਾਲਾ ਸੀ। ਪ੍ਰਭੂ ਯਿਸੂ ਮਸੀਹ ਦੀ ਮਿਨਿਸਟਰੀ, ਪ੍ਰਭੂ ਯਿਸੂ ਮਸੀਹ ਦੀ ਜ਼ਮੀਨ 'ਤੇ ਜਿਹੜੀ ਦੇਹ ਵਿੱਚ ਸੇਵਕਾਈ ਸੀ, ਉਹ ਸੇਵਕਾਈ ਦਾ ਪੂਰਾ ਹੋਣ ਦਾ ਜਿਹੜਾ ਸਮਾਂ ਸੀ ਉਹ ਕਰੂਸ ਦੇ ਉੱਤੇ ਕੁਰਬਾਨੀ ਦਾ ਜਿਹੜਾ ਸਮਾਂ ਸੀ ਉਹ ਆ ਚੁੱਕਿਆ ਸੀਗਾ। ਬਾਈਬਲ ਦੱਸਦੀ ਹੈ ਕਿ ਪਛਾਹ ਦੇ ਦਿਨ 'ਤੇ ਪ੍ਰਭੂ ਯਿਸੂ ਮਸੀਹ ਨੂੰ ਕਰੂਸ ਚੜ੍ਹਾਇਆ ਜਾਣਾ। ਔਰ ਬਾਈਬਲ ਟੂ ਅਕੋਰਡਿੰਗ ਜਦੋਂ ਅਸੀਂ ਦੇਖਦੇ ਹਾਂ ਤਾਂ ਵਚਨ ਦੱਸਦਾ ਹੈ ਕਿ ਪਛਾਹ ਦੇ ਦਿਨ ਤੋਂ 2 ਦਿਨ ਪਹਿਲਾਂ, ਇਸ ਤਿਉਹਾਰ ਤੋਂ 2 ਦਿਨ ਪਹਿਲਾਂ ਪ੍ਰਭੂ ਯਿਸੂ ਸ਼ਮੌਨ ਦੇ ਘਰ ਜਾਂਦੇ ਆ। ਆਓ ਆਪਾਂ ਇੱਕ ਵਾਰੀ ਵਚਨ ਪੜ੍ਹ ਲਈਏ। ਜਾਓ, ਬੈਤਾਨੀਆ ਵਿੱਚ ਸ਼ਮੌਨ ਕੋੜੀ ਦੇ ਘਰ ਰੋਟੀ ਖਾਣ ਬੈਠਾ ਸੀ। ਇੱਕ ਔਰਤ ਮਹਿੰਗੇ ਮੁੱਲ ਜਟਾਮਾਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਭੰਨ ਕੇ ਉਹਦੇ ਸਿਰ ਉੱਤੇ ਡੋਲ ਦਿੱਤਾ। ਕਿਹਦੇ? ਯਿਸੂ ਦੇ ਸਿਰ ਉੱਤੇ ਡੋਲ ਦਿੱਤਾ
ਤਦ ਕਿੰਨੇ ਆਪਣੇ ਮਨ ਵਿੱਚ ਖਿੱਚ ਕੇ ਬੋਲੇ, ਇਸ ਅਤਰ ਦਾ ਇਹ ਨੁਕਸਾਨ ਕਾਹਨੂੰ ਹੋਇਆ। ਕਿਹੜੇ ਅਤਰ ਦਾ? ਜਿਹੜਾ ਅਤਰ ਉਸ ਭੈਣ ਨੇ ਯਸ਼ੂ ਦੇ ਸਿਰ ਉੱਤੇ ਡੋਲਿਆ ਸੀ, ਕਿਉਂਕਿ ਹੋ ਸਕਦਾ ਸੀ ਜੋ ਇਹ ਅਤਰ 150 ਰੁਪਏ ਤੋਂ ਵਧੇਕ ਨੂੰ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ, ਸੋ ਉਸ ਔਰਤ ਨੂੰ ਝਿੜਕਣ ਲੱਗੇ। ਕੌਣ? ਜਿਹੜੇ ਲੋਕ ਇਹ ਜੈਲਸ ਕਰਦੇ ਸੀਗੇ ਕਿ ਜਿਹੜਾ ਅਤਰ ਪ੍ਰਭੂ ਦੇ ਸਿਰ ਉੱਤੇ ਡੋਲਿਆ ਗਿਆ ਹੈ ਉਹ ਅਤਰ ਆਪਣੇ ਕੋਲ ਰੱਖਿਆ ਜਾਂਦਾ। ਉਹ ਅਤਰ ਉਹ ਭੈਣ ਲੈ ਕੇ ਆਈ ਸੀ ਤਾਂ ਉਹ ਅਤਰ ਦਾਨ ਵਾਲੀ ਥੈਲੀ ਵਿੱਚ ਪਾਇਆ ਜਾਂਦਾ ਅਤੇ ਦਾਨ ਵਾਲੀ ਥੈਲੀ ਵਿੱਚੋਂ ਅਤਰ ਸੇਲ ਕੀਤਾ ਜਾਂਦਾ, ਵੇਚਿਆ ਜਾਂਦਾ ਅਤੇ ਫਿਰ ਉਸ ਦੇ ਨਾਲ ਅਸੀਂ ਲੋੜਵੰਦਾਂ ਦੀ ਸਹਾਇਤਾ ਕਰ ਸਕਦੇ ਸੀਗੇ। ਉਹ ਇਸ ਲਈ ਉਹਦੇ ਉੱਤੇ ਖਿਝਣ ਲੱਗੇ ਔਰ ਉਹਦੇ ਉੱਤੇ ਕੁੜਤਣ ਕੀਤੀ। ਪਰ ਯਸ਼ੂ ਨੇ ਆਖਿਆ, ਇਹਨੂੰ ਛੱਡ ਦਿਓ, ਇਹਨੂੰ ਕੋਸਦੇ ਹੋ? ਕਿਉਂ ਇਹਨੂੰ ਕੋਸਦੇ ਹੋ? ਉਸਨੇ ਮੇਰੇ ਨਾਲ ਚੰਗਾ ਵਰਤਾਵ ਕੀਤਾ ਹੈ। ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ ਅਤੇ ਜਾਂ ਚਾਹੋ ਤਾਂ ਉਹਨਾਂ ਦਾ ਭਲਾ ਕਰ ਸਕਦੇ ਹੋ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਇੱਥੇ ਇੱਕ ਬਹੁਤ ਅੱਛਾ ਪੁਆਇੰਟ ਸਾਨੂੰ ਪ੍ਰਭੂ ਯਸ਼ੂ ਦੇ ਰਹੇ ਨੇ। ਉਹ ਕਹਿੰਦੇ ਕਿ ਅਸੀਂ ਇਸ ਅਤਰ ਨੂੰ ਵੇਚ ਕੇ ਕੰਗਾਲਾਂ ਦਾ ਭਲਾ ਕਰ ਸਕਦੇ ਸੀ। ਯਸ਼ੂ ਨੇ ਕਿਹਾ ਤੁਸੀਂ ਕੰਗਾਲਾਂ ਦਾ ਭਲਾ ਜਦੋਂ ਵੀ ਕਰ ਸਕਦੇ ਹੋ, ਕੋਈ ਟਾਈਮ ਨਹੀਂ ਆ, ਠੀਕ ਹੈ। ਜਦੋਂ ਤੁਹਾਨੂੰ ਬਲ ਮਿਲਦਾ ਹੈ ਕਿ ਤੁਸੀਂ ਕਿਸੇ ਦੀ ਹੈਲਪ ਕਰੋ, ਤੁਸੀਂ ਜਾਓ ਉਹਦੀ ਹੈਲਪ ਕਰੋ ਬਿਨਾਂ ਝਿਜਕੇ, ਬਿਨਾਂ ਰੁਕੇ। ਲੇਕਿਨ ਸਮੇਂ ਦੀ ਜਿਹੜੀ ਦੌੜ ਆ ਉਸ ਦੀ ਪਹਿਚਾਣ ਜ਼ਰੂਰ ਕਰੋ। ਇਹ ਸਮਾਂ ਕੰਗਾਲਾਂ ਨਾਲ ਬਤੀਤ ਕਰਨ ਦਾ ਸਮਾਂ ਨਹੀਂ ਹੈ। ਯਸ਼ੂ ਉਹਨਾਂ ਨੂੰ ਸਮਝਾ ਰਹੇ ਸਨ ਕਿ ਮੈਂ 2 ਦਿਨਾਂ ਬਾਅਦ ਕੱਟਿਆ ਜਾਣਾ, ਪਿਸ਼ਾਹ ਦਾ ਮੈਂ ਮੇਮਣਾ ਹਾਂ ਅਤੇ ਮੈਂ ਕੁਰਬਾਨ ਹੋ ਜਾਣਾ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਦਾ ਨਹੀਂ ਰਵਾਂਗਾ, ਮੈਂ ਦੇਹ ਵਿੱਚ ਤੁਹਾਡੇ ਤੋਂ ਅਲੱਗ ਹੋ ਜਾਵਾਂਗਾ, ਪਰ ਪਵਿੱਤਰ ਆਤਮਾ 50 ਦਿਨਾਂ ਬਾਅਦ ਤੁਹਾਡੇ ਕੋਲ ਆਉਣਗੇ ਅਤੇ ਫਿਰ ਮੇਰੀ ਜਗ੍ਹਾ 'ਤੇ ਪਵਿੱਤਰ ਆਤਮਾ ਜਿਹੜੇ ਉਹ ਤੁਹਾਡੇ ਨਾਲ ਰਹਿਣਗੇ। ਹਾਲੇਲੂਇਆ। ਸੋ ਪ੍ਰਭੂ ਯਸ਼ੂ ਕਹਿੰਦੇ ਆ ਕਿ ਕੰਗਾਲਾਂ ਦਾ ਭਲਾ ਕਰਨਾ ਬਹੁਤ ਅੱਛੀ ਗੱਲ ਹੈ। ਤੁਸੀਂ ਜਦੋਂ ਤੁਹਾਡਾ ਮਨ ਕਰਦਾ ਹੈ, ਮੈਂ ਇਸ ਮੈਸੇਜ ਦੇ ਦੁਆਰਾ, ਇਸ ਵਚਨ ਦੇ ਅਕੋਰਡਿੰਗ ਤੁਹਾਨੂੰ ਕਹਿਣਾ ਚਾਹੁੰਦਾ, ਜਦੋਂ ਤੁਹਾਡਾ ਮਨ ਕਰਦਾ ਹੈ, ਜਦੋਂ ਤੁਹਾਨੂੰ ਬਲ ਮਿਲਦਾ ਹੈ, ਤੁਸੀਂ ਕਿਸੇ ਗਰੀਬ ਲੋੜਵੰਦ ਭੈਣ ਭਰਾ ਦੀ ਸਪੋਰਟ ਕਰੋ, ਉਹਦੀ ਹੈਲਪ ਕਰੋ ਔਰ ਪਰਮੇਸ਼ਰ ਤੁਹਾਨੂੰ ਇਸ ਦਾ ਪ੍ਰਤੀਫਲ ਜ਼ਰੂਰ ਦੇਣਗੇ। ਹਾਲੇਲੂਇਆ। ਕਿਉਂਕਿ ਪ੍ਰਭੂ ਯਸ਼ੂ ਕਹਿੰਦੇ ਕਿ ਤੁਸੀਂ ਜਦੋਂ ਚਾਹੋ ਤੁਸੀਂ ਉਹਨਾਂ ਦਾ ਭਲਾ ਕਰ ਸਕਦੇ ਹੋ। ਅੱਗੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਾਂਗੇ। ਸੋ ਪਰ ਮੈਂ ਤੁਹਾਡੇ ਨਾਲ ਸਦਾ ਨਹੀਂ ਹਾਂ, ਸੋ ਉਸ ਤੋਂ ਬਣ ਪਾਇਆ ਉਸਨੇ ਕੀਤਾ। ਉਸਨੇ ਅੱਗੋਂ ਹੀ ਮੇਰੇ ਸਰੀਰ ਉੱਤੇ ਕਫਨਾਉਣ ਅਤੇ ਦਫਨਾਉਣ ਲਈ ਅਤਰ ਪਾ ਦਿੱਤਾ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਹ ਵੀ ਜੋ ਇਸਨੇ ਕੀਤਾ ਉਸ ਦੀ ਯਾਦਗਿਰੀ ਲਈ ਕਿਹਾ ਜਾਵੇਗਾ। ਹਾਲੇਲੂਇਆ। ਪਵਿੱਤਰ ਵਚਨ ਦੇ ਵਿੱਚ ਕੁਛ ਗੱਲਾਂ ਨੂੰ ਅਸੀਂ ਹੁਣ ਅੱਗੇ ਸਿੱਖਣਾ, ਉਹਨਾਂ 'ਤੇ ਅਸੀਂ ਥੋੜ੍ਹਾ ਵਰਕ ਕਰਾਂਗੇ, ਧਿਆਨ ਦੇਵਾਂਗੇ। ਪਹਿਲੀ ਗੱਲ, ਪ੍ਰਭੂ ਯਸ਼ੂ ਸ਼ਿਮੋਨ ਕੋੜੀ ਦੇ ਘਰ ਵਿੱਚ ਨੇ। ਕੋੜ ਤੋਂ ਅਰਥ ਪਾਪ ਦਾ ਅਰਥ ਹੈ। ਬਾਈਬਲ ਦੱਸਦੀ ਹੈ ਉਹ ਲੇਲਾ ਪਾਪੀਆਂ ਦੇ ਵਿੱਚ ਹੈ ਔਰ ਉਹ ਲੇਲਾ ਪਾਪੀਆਂ ਲਈ ਕੱਟਿਆ ਜਾਣਾ ਹੈ। ਪਵਿੱਤਰ ਵਚਨ ਦੱਸਦਾ ਕਿ ਯਸ਼ੂ ਸ਼ਿਮੋਨ ਦੇ ਘਰ ਆਏ। ਸ਼ਿਮੋਨ ਇੱਕ ਯਹੂਦੀ ਪਰਸਨ ਹੈ, ਇੱਕ ਇਜ਼ਰਾਈਲੀ ਪਰਸਨ ਹੈ ਔਰ ਬਾਣੀ 'ਚ ਲਿਖਿਆ ਉਹਦੇ ਨਾਮ ਦੇ ਨਾਲ ਜੁੜਿਆ ਹੋਇਆ ਕੋੜੀ, ਉਹਨੂੰ ਇੱਕ ਕੋੜ ਦਾ ਰੋਗ ਸੀ। ਯਸ਼ੂ ਦੇ ਘਰ ਵਿੱਚ ਆਏ ਔਰ ਜਦੋਂ ਉਹਦੇ ਘਰ ਵਿੱਚ ਖਾਣਾ ਖਾਣ ਲਈ ਬੈਠੇ ਹੋਏ ਆ ਅਤੇ ਉੱਥੇ ਇੱਕ ਭੈਣ ਆਉਂਦੀ ਆ, ਠੀਕ ਆ। ਜਿਹੜਾ ਕੋੜੀ ਆ ਪਿਆਰਿਓ, ਉਹ ਇੱਕ ਪੁਰਾਣੇ ਇਤਿਹਾਸ ਨੂੰ ਦਿਖਾ ਰਿਹਾ ਹੈ, ਠੀਕ ਆ। ਜਿਹੜੀ ਔਰਤ ਹੈ ਜੋ ਉੱਥੇ ਆਈ ਆ, ਉਹ ਨਵੀਂ ਕਲੀਸਿਆ ਨੂੰ ਦਿਖਾ ਰਹੀ ਆ, ਅਭਿਸ਼ੇਕ ਕੀਤਾ ਜਾ ਰਿਹਾ। ਉਹ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਦਾ ਵਚਨ ਦੱਸਦਾ ਕਿ ਉਹ ਕੋੜੀ ਦੇ ਘਰ ਵਿੱਚ ਹੈ, ਲੇਕਿਨ ਉਹ ਕੋੜੀ ਤਾਂ ਜਿਹੜਾ ਹੈ ਉਹ ਉਸ ਦੇ ਲਈ ਕੁਛ ਨਹੀਂ ਕਰ ਪਾਇਆ, ਕਿਸ ਦੇ ਲਈ? ਪ੍ਰਭੂ ਦੇ ਲਈ, ਠੀਕ ਹੈ। ਲੇਕਿਨ ਪਰਮੇਸ਼ਵਰ ਨੇ ਉਸ ਇਸਤਰੀ ਦੇ ਉੱਤੇ ਇਹ ਫਜ਼ਲ ਕੀਤਾ, ਉਸ ਔਰਤ ਦੇ ਉੱਤੇ ਇਹ ਕਿਰਪਾ ਕੀਤੀ ਕਿ ਉਹਦੇ ਮਨ ਦੇ ਵਿੱਚ ਇਹ ਪਾਇਆ ਕਿ ਉਹ ਯਸ਼ੂ ਦਾ ਅਭਿਸ਼ੇਕ ਕਰੇ। ਪਰਮੇਸ਼ਵਰ ਨੇ ਇਸ ਭੈਣ ਉੱਤੇ ਇਹ ਕਿਰਪਾ ਕੀਤੀ ਔਰ ਇਹ ਮਹਿੰਗੇ ਮੁੱਲ ਦਾ ਅਤਰ, ਇਹਦੀ ਸਟੱਡੀ ਜਦੋਂ ਅਸੀਂ ਹਿੰਦੀ ਦੀ ਬਾਈਬਲ 'ਚੋਂ ਕਰਦੇ ਹਾਂ ਤਾਂ ਵਚਨ ਦੇ ਵਿੱਚ ਲਿਖਿਆ ਕਿ ਜਿਸ ਸ਼ੀਸ਼ੀ ਦੇ ਵਿੱਚ ਅਤਰ ਆ ਉਹ ਸ਼ੀਸ਼ੀ ਵੀ ਬਹੁਤ ਕੀਮਤੀ ਆ। ਔਰ ਹਿੰਦੀ ਦੀ ਬਾਈਬਲ ਦੇ ਵਿੱਚ ਲਿਖਿਆ ਕਿ ਉਹ 300 ਦਿਨਾਰ ਤੋਂ ਜ਼ਿਆਦਾ ਜਿਹੜਾ ਉਹਦਾ ਮੁੱਲ ਸੀਗਾ, ਕਾਫੀ ਕੀਮਤੀ ਸੀਗਾ ਉਹ। ਅਤੇ ਉਹ ਸ਼ੀਸ਼ੀ ਵੀ ਉਸਨੇ ਭੰਨ ਦਿੱਤੀ। ਉਹ ਸ਼ੀਸ਼ੀ ਵੀ ਬਾਅਦ ਵਿੱਚ ਉਹਨੇ ਆਪਣੇ ਕੋਲ ਨਹੀਂ ਰੱਖੀ।
ਔਰ ਉਹ ਅਤਰ ਵੀ ਸਾਰਾ ਜਿਹੜਾ ਉਹ ਮਸੀਹ ਦੇ ਸਿਰ ਦੇ ਉੱਤੇ ਡੋਲ ਦਿੱਤਾ। ਤੇ ਡੋਲਿਆ ਕਿਉਂ ਜਾ ਰਿਹਾ ਹੈ? ਬਾਈਬਲ ਦੱਸਦੀ ਹੈ ਕਿ ਡੋਲਿਆ ਇਸ ਲਈ ਜਾ ਰਿਹਾ ਹੈ, ਪ੍ਰਭੂ ਯਿਸੂ ਉਸ ਦਾ ਵਰਣਨ ਕਰਦੇ ਆ ਕਿ ਇਸ ਭੈਣ ਉੱਤੇ ਇਹ ਅਨੁਗ੍ਰਹਿ ਹੋ ਚੁੱਕਿਆ, ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਪਛਾਹ ਦਾ ਮੇਮਣਾ, ਤੇ ਇਹਨੂੰ ਜਾਣਕਾਰੀ ਹੈ ਜਿਹੜੀ ਉਹ ਮੇਰੇ ਪਿਤਾ ਵੱਲੋਂ ਮਿਲੀ ਆ, ਸਵਰਗ ਦੇ ਵਿੱਚੋਂ ਮਿਲੀ ਆ। ਔਰ ਪਿਤਾ ਯਿਸੂ ਦੀ ਬੋਡੀ ਨੂੰ ਇਸ ਇਸਤਰੀ ਦੇ ਦੁਆਰਾ ਇੱਕ ਮਹਿੰਗੇ ਮੁੱਲ ਦੇ ਅਤਰ ਦੇ ਨਾਲ, ਠੀਕ ਹੈ, ਅਭਿਸ਼ੇਕ ਕਰ ਰਹੇ ਨੇ, ਕਿਉਂਕਿ ਪਿਤਾ ਨੂੰ ਪਤਾ ਕਿ ਯਿਸੂ ਨੇ ਪਛਾਹ ਦੇ ਮੇਮਣੇ ਦੀ ਜਗ੍ਹਾ ਤੇ 2 ਦਿਨਾਂ ਬਾਅਦ ਕੁਰਬਾਨ ਹੋਣਾ ਹੈ, ਇਹਦੀ ਕੁਰਬਾਨੀ ਹੋਣੀ ਆ। ਔਰ ਇਸ ਔਰਤ ਉੱਤੇ ਫਜ਼ਲ ਹੁੰਦਾ ਹੈ, ਇਹ ਕੰਮ ਇਸ ਔਰਤ ਦੇ ਦੁਆਰਾ ਹੁੰਦਾ ਹੈ ਕਿ ਔਰਤ ਆਪਣੇ ਘਰ ਵਿੱਚੋਂ ਕੁਝ ਪੈਸਾ ਖਰਚ ਕਰਕੇ, ਪਤਾ ਨਹੀਂ ਵਿਚਾਰੀ ਦੀ ਕੰਡੀਸ਼ਨ ਕਿੱਦਾਂ ਹੋਣੀ ਆ, ਕਿੱਦਾਂ ਇਹ ਕਮਾਉਂਦੀ ਹੋਣੀ ਆ, ਕੀ ਇਹਦਾ ਕਾਰੋਬਾਰ ਹੋਣਾ, ਲੇਕਿਨ ਇਹ ਮਹਿੰਗੇ ਮੁੱਲ ਦਾ ਅਤਰ ਲੈ ਕੇ ਪ੍ਰਭੂ ਦੇ ਕੋਲ ਆਈ। ਔਰ ਇਹਨੇ ਸ਼ੀਸ਼ੀ ਵੀ ਭੰਨ ਦਿੱਤੀ, ਉਹ ਸ਼ੀਸ਼ੀ ਵੀ ਨਹੀਂ ਰੱਖੀ, ਔਰ ਉਹ ਸ਼ੀਸ਼ੀ ਭੰਨ ਕੇ ਸਾਰਾ ਅਤਰ ਜਿਹੜਾ ਉਹ ਪ੍ਰਭੂ ਦੇ ਸਿਰ ਉੱਤੇ ਨੇ ਡੋਲ ਦਿੱਤਾ। ਔਰ ਬਾਈਬਲ ਦੱਸਦੀ ਹੈ ਕਿ ਲੋਕਾਂ ਨੇ ਇਹਦੇ ਉੱਤੇ ਕੁੜੱਤਣ ਕੀਤੀ। ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਪਿਆਰਿਓ, ਜਦੋਂ ਅਸੀਂ ਪਰਮੇਸ਼ਰ ਦੇ ਲਈ ਕੁਛ ਕਰਦੇ ਹਾਂ ਤੇ ਬਹੁਤ ਸਾਰੇ ਲੋਕ ਸਾਡੇ ਖਿਲਾਫ ਖੜੇ ਹੁੰਦੇ ਆ, ਬਹੁਤ ਸਾਰੇ ਲੋਕ ਸਾਡੇ ਵਿਰੋਧ ਵਿੱਚ ਖੜੇ ਹੁੰਦੇ ਆ। ਔਰ ਕਿਉਂਕਿ ਦੁਸ਼ਟ ਨਹੀਂ ਚਾਹੁੰਦਾ ਕਿ ਅਸੀਂ ਪਰਮੇਸ਼ਰ ਦੇ ਲਈ ਕੁਛ ਕਰੀਏ, ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਪ੍ਰਭੂ ਦੀ ਸੇਵਾ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਆਪਣਾ ਹੱਥ ਵਟਾਈਏ। ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਦੁਸ਼ਟ ਦੀਆਂ ਯੋਜਨਾਵਾਂ ਦੇ ਅਨੁਸਾਰ ਚੱਲੀਏ, ਲੇਕਿਨ ਦੁਸ਼ਟ ਚਾਹੁੰਦਾ ਕਿ ਅਸੀਂ ਉਹਦੀਆਂ ਯੋਜਨਾਵਾਂ ਨੂੰ ਪੂਰਾ ਕਰੀਏ। ਪਰਮੇਸ਼ਰ ਚਾਹੁੰਦੇ ਕਿ ਅਸੀਂ ਪਰਮੇਸ਼ਰ ਦੀਆਂ ਯੋਜਨਾ ਨੂੰ ਪੂਰਾ ਕਰੀਏ। ਇੱਥੇ ਕੁਛ ਲੋਕਾਂ ਦੇ ਹਿਰਦਿਆਂ 'ਚ ਨਾ ਕੜੱਤਣ ਭਰ ਗਈ ਤੇ ਉਹ ਉਸ ਇਸਤਰੀ ਨਾਲ ਲੜਨ ਲੱਗੇ, ਝਗੜਨ ਲੱਗੇ। ਔਰ ਮੈਂ ਇੱਥੇ ਦੂਸਰੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਸਤਰੀ ਨਾਲ ਲੜ ਰਹੇ ਸੀ ਤਾਂ ਪ੍ਰਭੂ ਯਿਸੂ ਨੇ ਉਸ ਇਸਤਰੀ ਦਾ ਪੱਖ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਜਿੰਨਾ ਇਸ ਦੇ ਕੋਲੋਂ ਸਰਿਆ ਇਸ ਨੇ ਮੇਰੇ ਲਈ ਕੀਤਾ। ਔਰ ਕਲੀਅਰ ਕਰਦੇ ਆ ਕਿ ਕੀਤਾ ਕਿਉਂ ਆ। ਪ੍ਰਭੂ ਯਿਸੂ ਕਹਿੰਦੇ ਕਿ ਇਸ ਨੇ ਮੇਰੇ ਕਫਨ ਮੈਨੂੰ ਕਫਨ ਵਿੱਚ ਢਕਣ ਤੋਂ ਪਹਿਲਾਂ ਅਤੇ ਦਫਨਾਉਣ ਤੋਂ ਪਹਿਲਾਂ ਅਤਰ ਦੀ ਲੋੜ ਪੈਣੀ ਆ, ਕਿਉਂਕਿ ਇਹ ਰੀਤ ਸੀ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਅੰਦਰ ਕਰਦੇ ਹਾਂ, ਹਿੰਦੁਸਤਾਨ ਦੇ ਅੰਦਰ ਕਰਦੇ ਹਾਂ ਕਿ ਜਦੋਂ ਕਿਸੇ ਬੰਦੇ ਦਾ ਅੰਤਿਮ ਸੰਸਕਾਰ ਕਰਦੇ ਹਾਂ ਉਹਦੇ ਉੱਤੇ ਘਿਓ ਡੋਲਦੇ ਆ ਨਾ, ਐਦਾਂ ਇੱਕ ਰੀਤ ਆ ਸਾਡੇ। ਅਤੇ ਐਦਾਂ ਹੀ ਯਹੂਦੀ ਰੀਤ ਹੈ ਕਿ ਉਹ ਅਤਰ ਪਾਉਂਦੇ ਆ ਔਰ ਫਿਰ ਕਫਨ ਦੇ ਵਿੱਚ ਬੋਡੀ ਨੂੰ ਲਪੇਟ ਕੇ ਦਫਨਾ ਦਿੰਦੇ ਆ। ਸੋ ਬਾਈਬਲ ਦੱਸਦੀ ਹੈ ਕਿ ਉਸ ਭੈਣ ਨੇ ਯਿਸੂ ਦਾ ਅਭਿਸ਼ੇਕ ਕੀਤਾ। ਇਹ ਅਭਿਸ਼ੇਕ ਉਸ ਭੈਣ ਦੇ ਦੁਆਰਾ ਪਰਮੇਸ਼ਵਰ ਨੇ ਕਰਵਾਇਆ। ਔਰ ਬਾਈਬਲ ਦੱਸਦੀ ਹੈ ਕਿ ਪ੍ਰਭੂ ਯਿਸੂ ਨੇ ਕਿਹਾ ਕਿ ਇਸ ਦੇ ਕੋਲੋਂ ਜੋ ਹੋ ਸਕਿਆ ਇਹਨੇ ਮੇਰੇ ਲਈ ਕੀਤਾ, ਠੀਕ ਹੈ। ਔਰ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ, ਜਿੱਥੇ ਕਿਤੇ ਮੇਰੇ ਇਹਨਾਂ ਵਚਨਾਂ ਨੂੰ ਪੜ੍ਹਿਆ ਜਾਵੇਗਾ, ਉੱਥੇ ਇਸ ਭੈਣ ਨੂੰ ਵੀ ਯਾਦ ਕੀਤਾ ਜਾਵੇਗਾ। ਹਾਲੇਲੂਇਆ। ਸੋ ਪਿਆਰਿਓ, ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਅਸੀਂ ਜੋ ਕੁਛ ਪਰਮੇਸ਼ਰ ਦੇ ਲਈ ਕਰਦੇ ਹਾਂ, ਪਰਮੇਸ਼ਰ ਉਸ ਨੂੰ ਕਦੇ ਭੁੱਲਦੇ ਨਹੀਂ ਆ। ਉਹ ਕਦੇ ਬੰਦ ਕਰਕੇ ਡੱਬੇ ਵਿੱਚ ਨਹੀਂ ਸੁੱਟਿਆ ਜਾਂਦਾ। ਜ਼ਬੂਰ ਦਾ ਲਿਖਾਰੀ ਜ਼ਬੂਰ 113 ਵਿੱਚ ਲਿਖਦਾ ਕਿ ਯਹੋਵਾ ਤਾਂ ਇੰਨਾ ਭਲਾ ਪਰਮੇਸ਼ਰ ਹੈ ਕਿ ਉਹ ਮੇਰੇ ਹੰਝੂਆਂ ਨੂੰ ਕੁੱਪੀ ਵਿੱਚ ਪਾ ਕੇ ਰੱਖ ਲੈਂਦਾ ਹੈ ਕਿ ਉਹ ਯਾਦਗਿਰੀ ਲਈ ਰੱਖੇ ਜਾਣ। ਸੋ ਜੋ ਅਸੀਂ ਪਰਮੇਸ਼ਰ ਦੇ ਲਈ ਕਰਦੇ ਹਾਂ, ਜੋ ਅਸੀਂ ਕਰਨਾ ਚਾਹੁੰਦੇ ਹਾਂ, ਜੋ ਅਸੀਂ ਕਰ ਚੁੱਕੇ ਹਾਂ, ਪਰਮੇਸ਼ਰ ਉਹਨੂੰ ਦੇਖ ਰਹੇ ਨੇ ਅਤੇ ਉਹਦਾ ਸਾਨੂੰ ਪ੍ਰਤੀਫਲ ਵੀ ਜ਼ਰੂਰ ਮਿਲੇਗਾ। ਅਸੀਂ 1 ਮਿੰਟ ਲਈ ਕਰਨੋਲੀਅਸ ਦੇ ਜੀਵਨ ਨੂੰ ਦੇਖੀਏ ਤਾਂ ਬਾਈਬਲ 'ਚ ਲਿਖਿਆ ਕਰਨੇਲੀਅਸ ਜਿਹੜਾ ਉਹਦੇ ਪੁੰਨ ਦਾਨ, ਉਹਦੀਆਂ ਪ੍ਰਾਰਥਨਾਵਾਂ, ਉਹਦੇ ਚੰਦੇ, ਠੀਕ ਹੈ, ਉਹ ਸਾਰਾ ਕੁਛ ਪਰਮੇਸ਼ਰ ਦੇ ਘਰ ਵਿੱਚ ਇੱਕ ਦਿਨ ਯਾਦ ਕੀਤੇ ਗਏ। ਸੋ ਬਾਈਬਲ ਦੱਸਦੀ ਹੈ ਜੋ ਇਸ ਇਸਤਰੀ ਨੇ ਪ੍ਰਭੂ ਦੇ ਨਾਲ ਕੀਤਾ ਉਹ ਵੀ ਯਾਦ ਕੀਤਾ ਜਾਵੇਗਾ, ਠੀਕ ਹੈ, ਜਦੋਂ ਜਦੋਂ ਵਚਨ ਪੜ੍ਹਿਆ ਜਾਵੇਗਾ। ਸੋ ਪਿਆਰਿਓ, ਜਦੋਂ ਸਾਡਾ ਸਵਰਗ ਦੇ ਵਿੱਚ ਕੋਈ ਇੱਦਾਂ ਦਾ ਕਾਰਿਆ ਹੁੰਦਾ, ਜਦੋਂ ਸਵਰਗ ਦੇ ਵਿੱਚ ਉਹਨਾਂ ਕੰਮਾਂ ਦੀ ਲਿਸਟ ਫਰੋਲੀ ਜਾਂਦੀ ਹੈ ਅਤੇ ਸਵਰਗ ਵਿੱਚ ਸਾਨੂੰ ਯਾਦ ਕੀਤਾ ਜਾਂਦਾ ਹੈ, ਸਵਰਗ ਸਾਡੇ 'ਤੇ ਧਿਆਨ ਕੇਂਦਰਿਤ ਕਰਦਾ ਹੈ ਔਰ ਸਵਰਗ ਦੇ ਵਿੱਚ ਸਾਡਾ ਨਾਮ ਜਾਣਿਆ ਜਾਂਦਾ ਹੈ। ਹਾਲੇਲੂਇਆ। ਸੋ ਮੈਂ ਇਸ ਵਚਨ ਦੇ ਦੁਆਰਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਸਮਾਜ ਵੱਲ ਦੇਖ ਕੇ ਕਦੇ ਪ੍ਰਭੂ ਦੇ ਲਈ ਕੁਛ ਨਹੀਂ ਕਰ ਸਕਦੇ। ਸਮਾਜ ਤੋਂ ਆਪਣਾ ਧਿਆਨ ਹਟਾ ਕੇ ਅਸੀਂ ਪ੍ਰਭੂ ਲਈ ਬਹੁਤ ਕੁਛ ਕਰ ਸਕਦੇ ਹਾਂ। ਹਾਲੇਲੂਇਆ, ਹਾਲੇਲੂਇਆ। ਸੋ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣਾ ਧਿਆਨ ਜਿਹੜਾ ਉਹ ਸਮਾਜ ਤੋਂ ਹਟਾਈਏ ਔਰ ਆਪਣਾ ਧਿਆਨ ਜਿਹੜਾ ਉਹ ਪਰਮੇਸ਼ਰ ਦੇ ਵੱਲ ਲਗਾਈਏ। ਇਸ ਸੰਡੇ ਜਦੋਂ ਚਰਚ ਅਸੀਂ ਲੈ ਰਹੇ ਸੀ ਤਾਂ ਪਰਮੇਸ਼ਵਰ ਨੇ ਮੈਨੂੰ ਇਸ ਸੰਡੇ ਇੱਕ ਖਾਸ ਗੱਲ ਸਿਖਾਈ ਕਿ ਅੱਜ ਲੋਕ
ਕਲੀਸਿਆਵਾਂ ਦੇ ਲੋਕ ਬਾਹਰੋਂ ਨਹੀਂ, ਉਹ ਕੰਪਲੀਟਲੀ ਪਰਮੇਸ਼ਰ ਦੇ ਉੱਤੇ ਫੇਥਫੁਲ ਕਿਉਂ ਨਹੀਂ ਹੋ ਕੇ ਚੱਲ ਪਾਉਂਦੇ? ਉਹ ਪਰਮੇਸ਼ਰ ਦੇ ਉੱਤੇ ਪੂਰਾ ਧਿਆਨ ਨਹੀਂ ਦਿੰਦੇ। ਕਹਿਣ ਤੋਂ ਮੀਨਿੰਗ ਉਹ ਸਮਾਜ ਦੀਆਂ ਚੀਜ਼ਾਂ 'ਤੇ ਧਿਆਨ ਦਿੰਦੇ ਆ। ਉਹ ਘਟ ਰਹੇ ਆ, ਆਪਣੇ ਘਾਟੇ 'ਤੇ ਧਿਆਨ ਦਿੰਦੇ ਆ, ਵੱਧ ਰਹੇ ਆਪਣੇ ਵਾਧੇ 'ਤੇ ਧਿਆਨ ਦਿੰਦੇ ਆ। ਲੇਕਿਨ ਪਰਮੇਸ਼ਰ ਨੇ ਮੈਨੂੰ ਇਸ ਬਾਰੇ ਗੱਲ ਸਿਖਾਈ ਸੀ ਕਿ ਤੁਸੀਂ ਮੇਰੇ ਲੋਕਾਂ ਨੂੰ ਪੁੱਤਰ ਇਹ ਸਿਖਾਓ ਕਿ ਨਾ ਤਾਂ ਤੁਸੀਂ ਘਾਟੇ 'ਤੇ ਧਿਆਨ ਦੇਣਾ, ਨਾ ਤੁਸੀਂ ਵਾਧੇ 'ਤੇ ਧਿਆਨ ਦੇਣਾ। ਵਧਾਉਣਾ ਅਤੇ ਘਟਾਉਣਾ ਪਰਮੇਸ਼ਰ ਦਾ ਕੰਮ ਹੈ। ਨਾ ਤੁਸੀਂ ਦੁੱਖ 'ਤੇ ਧਿਆਨ ਦੇਣਾ, ਨਾ ਤੁਸੀਂ ਸੁੱਖ 'ਤੇ ਧਿਆਨ ਦੇਣਾ, ਕਿਉਂਕਿ ਦੁੱਖ ਅਤੇ ਸੁੱਖ ਦੋਨੇ ਯਹੋਵਾ ਦੇ ਕੋਲੋਂ ਹੀ ਨਿਕਲਦੇ ਆ। ਸੋ ਅਸੀਂ ਧਿਆਨ ਦੇਣਾ ਹੈ ਪਰਮੇਸ਼ਰ ਦੇ ਉੱਤੇ। ਮੈਂ ਇੱਕ ਛੋਟੀ ਜਿਹੀ ਗੱਲ ਕਹਿ ਕੇ ਸਮਾਪਤ ਕਰਾਂਗਾ। ਦਾਨੀਅਲ ਨੂੰ ਸ਼ੇਰਾਂ ਦੀ ਗੁਫਾ ਵਿੱਚ ਸੁੱਟਿਆ ਗਿਆ। ਬਾਈਬਲ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਦਾਨੀਅਲ ਦਾ ਜਿਹੜਾ ਧਿਆਨ ਸੀਗਾ ਉਹ ਸ਼ੇਰਾਂ ਦੀ ਗੁਫਾ ਦੇ ਅੰਦਰ ਸ਼ੇਰਾਂ ਦੇ ਉੱਤੇ ਨਹੀਂ ਸੀਗਾ। ਉਹ ਜਿਹੜਾ ਧਿਆਨ ਸੀਗਾ ਉਹ ਪਰਮੇਸ਼ਰ ਦੇ ਉੱਤੇ ਸੀਗਾ। ਸੋ ਬਾਈਬਲ ਦੱਸਦੀ ਹੈ ਕਿ ਰਾਜੇ ਨੇ ਤਾਂ ਸ਼ੇਰਾਂ ਦੇ ਮੂਹਰੇ ਇਸ ਲਈ ਸੁੱਟਿਆ ਸੀ ਕਿ ਸ਼ੇਰ ਉਸ ਨੂੰ ਪਾੜ ਖਾਣ, ਲੇਕਿਨ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਦੇ ਉੱਤੇ ਦਾਨੀਅਲ ਦਾ ਧਿਆਨ ਸੀ ਅਤੇ ਸ਼ੇਰਾਂ ਦੇ ਮੂੰਹ ਜਿਹੜੇ ਆ ਉਹ ਬੰਦ ਹੋ ਗਏ, ਉਹਨੂੰ ਪਾੜ ਨਹੀਂ ਸਕੇ ਉਹ। ਸੋ ਪਰਮੇਸ਼ਰ ਦੇ ਪਿਆਰਿਓ, ਜੇ ਅਸੀਂ ਸਮਾਜ ਦੀਆਂ ਗੱਲਾਂ ਦੇ ਉੱਤੇ ਜਾਂ ਆਪਣੇ ਜੀਵਨ 'ਚ ਚੱਲਣ ਵਾਲੀਆਂ ਮੁਸ਼ਕਲਾਂ ਦੇ ਉੱਤੇ ਆਪਣਾ ਧਿਆਨ ਲਗਾ ਕੇ ਰੱਖਾਂਗੇ, ਅਸੀਂ ਪਰਮੇਸ਼ਰ ਲਈ ਕੁਛ ਨਹੀਂ ਕਰ ਸਕਦੇ। ਸਾਨੂੰ ਸਮਾਜ ਦੇ ਉੱਤੋਂ ਧਿਆਨ ਹਟਾ ਕੇ ਪਰਮੇਸ਼ਰ ਦੇ ਲਈ ਕੁਛ ਕਰਨਾ ਪੈਣਾ। ਅਸੀਂ ਜਿਸ ਮਾਰਗ 'ਤੇ ਜਾ ਰਹੇ ਹਾਂ ਉਸ ਵਿੱਚੋਂ ਨਿਕਲਣ ਦੇ ਲਈ ਸਾਨੂੰ ਉਸ ਮਾਰਗ ਤੋਂ ਪਹਿਲਾਂ ਧਿਆਨ ਹਟਾ ਕੇ ਪਰਮੇਸ਼ਰ ਦੇ ਉੱਤੇ ਧਿਆਨ ਕਰਨਾ ਪੈਣਾ। ਪਰਮੇਸ਼ਰ ਸਾਨੂੰ ਖੁਦ ਉਸ ਮਾਰਗ ਵਿੱਚੋਂ ਬਾਹਰ ਕੱਢਣ ਦੀ ਤਾਕਤ, ਸਾਮਰਥ ਲੈ ਕੇ ਬੈਠੇ ਆ। ਅੱਜ ਤੁਸੀਂ ਕਿਸੇ ਪਾਪ ਦੇ ਵਿੱਚੋਂ, ਕਿਸੇ ਬੁਰਾਈ ਵਿੱਚ ਡਿੱਗੇ ਹੋਏ ਹੋ ਤਾਂ ਪਰਮੇਸ਼ਰ ਤੁਹਾਨੂੰ ਉੱਥੋਂ ਕੱਢਣ ਲਈ ਇੰਤਜ਼ਾਰ ਵਿੱਚ ਨੇ, ਔਰ ਪਰਮੇਸ਼ਰ ਚਾਹੁੰਦੇ ਨੇ ਕਿ ਤੁਸੀਂ ਮੇਰੇ 'ਤੇ ਥੋੜ੍ਹਾ ਧਿਆਨ ਲੈ ਕੇ ਆਓ, ਮੈਂ ਤੁਹਾਨੂੰ ਇਹਦੇ ਵਿੱਚੋਂ ਬਾਹਰ ਕੱਢਾਂਗਾ। ਪਤਰਸ ਡੁੱਬ ਰਿਹਾ ਸੀ ਅਤੇ ਪ੍ਰਭੂ ਨੇ ਪਤਰਸ ਨੂੰ ਕਦੋਂ ਉਹਦੀ ਬਾਂਹ ਫੜੀ? ਜਦੋਂ ਪਤਰਸ ਦਾ ਧਿਆਨ ਪ੍ਰਭੂ ਦੇ ਵੱਲ ਗਿਆ। ਮੈਂ ਇਸ ਵਚਨ ਦੇ ਵੱਲ ਤੁਹਾਨੂੰ ਦੱਸਦਾ ਕਿ ਇਸ ਭੈਣ ਦੀ ਤਰ੍ਹਾਂ ਅਸੀਂ ਆਪਣਾ ਸਾਰਾ ਧਿਆਨ ਪਰਮੇਸ਼ਰ ਦੇ ਉੱਤੇ ਲੈ ਕੇ ਆਈਏ ਅਤੇ ਸਾਡੀ ਯਾਦ ਉਹਦੇ ਘਰ ਵਿੱਚ ਆਵੇ। ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇਣ। ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਇਸ ਵਚਨ ਦੇ ਦੁਆਰਾ ਆਸ਼ੀਸ਼ ਦੇਣ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਸ ਵਚਨ ਨੂੰ ਸਮਝ ਚੁੱਕੇ ਹੋ, ਔਰ ਜਦੋਂ ਵੀ ਤੁਸੀਂ ਇਸ ਵਚਨ ਨੂੰ ਸੁਣਦੇ ਹੋ ਤੇ ਜ਼ਰੂਰ ਇਸ ਵਚਨ ਦੇ ਉੱਤੇ ਮਨਨ ਕਰਨਾ, ਅਤੇ ਪਰਮੇਸ਼ਰ ਤੁਹਾਨੂੰ ਇਸ ਵਚਨ 'ਚੋਂ ਬੜੀ ਆਸ਼ੀਸ਼ ਦੇਣਗੇ। ਜਿਸ ਤਰ੍ਹਾਂ ਇਸ ਭੈਣ ਨੂੰ ਆਸ਼ੀਸ਼ ਮਿਲੀ, ਸਵਰਗ ਵਿੱਚ ਵੀ ਯਾਦ ਰਹਿੰਦੀ ਆ, ਜ਼ਮੀਨ ਉੱਤੇ ਜਿੱਥੇ ਵੀ ਪ੍ਰਚਾਰ ਹੋਵੇਗਾ ਪ੍ਰਭੂ ਯਿਸੂ ਨੇ ਕਿਹਾ ਇਹ ਭੈਣ ਯਾਦ ਕੀਤੀ ਜਾਵੇਗੀ। ਦੇਖੋ ਅੱਜ ਅਸੀਂ ਇਹ ਕਲਾਮ ਪੜ੍ਹਿਆ ਅਤੇ ਅੱਜ ਅਸੀਂ ਇਸ ਭੈਣ ਨੂੰ ਯਾਦ ਕੀਤਾ ਹੈ। ਜਿਹੜੇ ਕੰਮ ਤੁਸੀਂ ਮਸੀਹ ਵਿੱਚ ਕੀਤੇ ਆ, ਪਰਮੇਸ਼ਰ ਭੁੱਲਿਆ ਉਹਨਾਂ ਨੂੰ ਵੀ ਨਹੀਂ ਆ। ਬਹੁਤ ਵਾਰ ਪੌਲੁਸ ਕਹਿੰਦਾ ਕਿ ਮੈਂ ਤੁਹਾਡੀਆਂ ਭਲਾਈਆਂ ਨੂੰ ਯਾਦ ਕਰਕੇ, ਕਲੀਸਿਆ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਨਿੱਤ ਪ੍ਰਾਰਥਨਾ ਵਿੱਚ ਯਾਦ ਰੱਖਦਾ। ਅੱਜ ਬਹੁਤ ਸਾਰੇ ਭੈਣ ਭਰਾ ਨੇ ਚਰਚ ਵਿੱਚ ਜਿਨ੍ਹਾਂ ਨੂੰ ਅਸੀਂ ਆਪਣੀਆਂ ਪ੍ਰਾਰਥਨਾ ਵਿੱਚ ਯਾਦ ਰੱਖਦੇ ਹਾਂ। ਪਰਮੇਸ਼ਰ ਵੀ ਤੁਹਾਨੂੰ ਇੱਦਾਂ ਯਾਦ ਰੱਖਦੇ ਨੇ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ।